इस चैनल को सब्सक्राइब करें और घंटा दबाना ना भूलें। चलो मेरे सारे दर्द वडोदा वे ना सानू चलौदा मेरे सारे दर्द वडोदा जद कदी भी दिल दुखदा तू सुनदा मेरी जद कदी भी दिल दुखदा तू सुनदा मेरी तेरी दया बथेरी तेरी दया बथेरी तेरी दया बथेरी सारे भैन भरावां नूं जय मसीह दी। अज दे सवेर दे बाइबल मनन दे विच जो 767वां है उस विच मैं आप सब दा स्वागत करदा हां। अज दे इस मनन नूं करन तों पहिलां असीं प्रार्थना विच जावांगे। दयालु कृपालु मेहरबान प्रेमी परमेश्वर, असीं आप दा धन्नवाद, आप दी महिमा, आप दी वडियाई करदे हां। आप राजियां दे राजा, प्रभुआं दे प्रभु, सर्व शक्तिमान, सर्व व्यापी, सर्व सर्वज्ञ परमेश्वर हो। सानू कदे छड्डदे नहीं, कदे त्यागदे नहीं, हमेशा साडे नाल वफादार रहिंदे हो। आप दी इस भलाई दे लई मैं आप दा धन्नवाद, आप दी महिमा, आप दी वडियाई करदा हां। ये दिन आपने सानू अपनी किरपा नाल दिता है, इस विच असीं तेरे नाम नूं उच्चा कर सकीए। अजिहा होण दे लई साडी मदद कर। अपने वचन के गूढ़ भेतां दे नाल साडी आत्मिक उन्नति कर अते साडे जीवनां नूं सुरक्षित कर, ताकि आप दी महिमा हो सके। सारा आदर मान आप नूं दिंदे होए सुनन वाले अते बोलण वाले नूं आप दे हत्थां विच सौंपदे होए बेनती मुक्ति दाते प्रभु यीशु मसीह दे पवित्र ते समर्थी नाम च मंगदे हां, आमीन। प्यारे अजीज, अज दा जो मैं वचन दा भाग लिया है ਉਹ ਲਿਆ ਹੈ ਲੂਕਾ ਰਚੀ ਸੁਸਮਾਚਾਰ 7 ਅਧਿਆਏ ਉਸ ਦੀ 11 ਅਤੇ 12 ਆਇਤ ਵਿੱਚੋਂ। ਇਹ ਖੰਡ ਜਾਣਿਆ ਅਤੇ ਪਛਾਣਿਆ ਹੋਇਆ ਹੈ। ਇਸ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਮਹਿਮਾ ਆਪਣੇ ਜੀਵਨ ਵਿੱਚ ਵੇਖਾਂਗੇ ਅਤੇ ਕਰਾਂਗੇ। ਇੱਥੇ ਲਿਖਿਆ ਹੈ, ਇਹਦੇ ਥੋੜੇ ਚਿਰ ਪਿੱਛੋਂ ਆਇਆ ਹੋਇਆ ਜੋ ਉਹ ਨਾਈਨ ਦੇ ਇੱਕ ਨਗਰ ਨੂੰ ਗਿਆ ਤੇ ਉੱਥੇ ਤੇ ਉਹਦੇ ਚੇਲੇ ਅਤੇ ਵੱਡੀ ਭੀੜ ਉਸ ਦੇ ਨਾਲ ਤੁਰੀ ਜਾਂਦੀ ਸੀ। ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਆ ਪੁੱਜਿਆ ਤਾਂ ਵੇਖੋ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ, ਜੋ ਆਪਣੀ ਮਾਂ ਦਾ ਇੱਕੋ ਹੀ ਪੁੱਤਰ ਸੀ ਅਤੇ ਉਹ ਵਿਧਵਾ ਸੀ ਅਤੇ ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ। ਇਸ ਵਚਨ ਦਾ ਜੋ ਮੈਂ ਵਿਸ਼ਾ ਲਿਆ ਹੈ, ਸਬਜੈਕਟ ਲਿਆ ਹੈ, ਉਹ ਇਹ ਹੈ, ਦੁਖੀਆਂ ਨੂੰ ਤਸੱਲੀ ਦੇਣ ਵਾਲਾ ਪ੍ਰਭੂ ਯਿਸੂ ਮਸੀਹ ਹੈ। ਦੁਖੀਆਂ ਨੂੰ ਤਸੱਲੀ ਦੇਣ ਵਾਲਾ ਪ੍ਰਭੂ ਯਿਸੂ ਮਸੀਹ ਹੈ। ਜਦੋਂ ਮੈਂ ਇਸ ਵਚਨ ਨੂੰ ਵੇਖ ਰਿਹਾ ਸੀ ਤਾਂ ਇੱਥੇ ਇੱਕ ਸ਼ਬਦ ਖਾਸ ਆਉਂਦਾ ਹੈ, ਭੀੜ। ਜੇ ਅਸੀਂ ਭੀੜ ਨੂੰ ਵੇਖੀਏ ਤਾਂ ਸੰਸਾਰ ਨਜ਼ਰ ਆਉਂਦਾ ਹੈ। ਜੇ ਸੰਸਾਰ ਨੂੰ ਦੇਖੀਏ ਤਾਂ ਉਸ ਵਿੱਚ परमेश्वर की सृष्टि का जो मनुख जाति का अदारा है वो दुखी अते लाचार अते निराशात्मक अवस्था दे विच नज़र आउंदा। इत्थे भी कुछ अजिही ही तस्वीर सानू नज़र आ रही है और मैं अपने आले दुआले दे माहौल दे विच भी ये गल्लां अक्सर वेखदा हां कि मापियां दा कल्ला पुत्तर मर गया। बड़ी दुख की गल है। कई विधवा हो जांदियां ने, उन्हां दी कोई भिरतवाल वाला नहीं हुंदा, बड़ी दुख की गल है। कई अनाथ हुंदे ने, उन्हां नूं कोई गोद लैण वाला नहीं हुंदा, बड़ी दुख की गल है। पर इत्थे मेरा प्रभु इस संसार दे विच उन्हां विधवा अते यतीमां अते लाचारां नूं उन्हां दे दुखां तो तसल्ली देंदा होया नज़र आउंदा है, तरस खांदा होया नज़र आउंदा है।
ਭੀੜ ਦੀਆਂ ਅੱਖਾਂ ਦੇ ਸਾਹਮਣੇ ਇੱਕ ਅਜਿਹਾ ਅਨੋਖਾ ਦ੍ਰਿਸ਼ ਕਦੇ ਨਹੀਂ ਸੀ ਖੋਲਿਆ ਗਿਆ ਜੋ ਇਸ ਜਗ੍ਹਾ ਦੇ ਉੱਤੇ ਅਸੀਂ ਵੇਖਦੇ ਹਾਂ। ਨਾ ਹੀ ਨੌ ਦੇ ਨਗਰ ਦਾ ਮਾਹੌਲ ਦੱਸਦਾ ਪਿਆ ਕਿ ਉਹ ਇੱਕ ਸੀੜੀ ਉੱਤੇ ਇੱਕ ਮੁਰਦੇ ਨੂੰ ਨਗਰੋਂ ਬਾਹਰ ਲੈ ਕੇ ਜਾ ਰਹੇ ਆ। ਇੱਕ ਸੱਚਮੁੱਚ ਦਰਦ ਭਰੀ ਤਸਵੀਰ ਹੈ ਤੇ ਹੋਰ ਵੀ ਦਰਦ ਭਰੀ ਉਦੋਂ ਹੋ ਜਾਂਦੀ ਹੈ ਕਿਉਂਕਿ ਉਹ ਵਿਧਵਾ ਦਾ ਇਕੱਲਾ ਇੱਕੋ ਇੱਕ ਪੁੱਤਰ ਸੀ ਅਤੇ ਉਸ ਦਾ ਪੁੱਤੀ ਮਰ ਚੁੱਕਾ ਸੀ ਤੇ ਹੁਣ ਉਸ ਦਾ ਪੁੱਤਰ ਵੀ ਚਲਾ ਗਿਆ ਸੀ। ਭਾਵੇਂ ਉੱਥੇ ਇੱਕ ਵੱਡੀ ਭੀੜ ਮੌਜੂਦ ਸੀ ਪਰ ਮੌਤ ਦੇ ਸਾਹਮਣੇ ਉਹ ਬੇਵੱਸ ਸੀ। ਕੋਈ ਵੀ ਉਸ ਮਾਂ ਨੂੰ ਤਸੱਲੀ ਨਹੀਂ ਸੀ ਦੇ ਸਕਿਆ, ਕੋਈ ਵੀ ਉਸ ਭੈਣ ਨੂੰ ਤਸੱਲੀ ਨਹੀਂ ਸੀ ਦੇ ਸਕਿਆ, ਕੋਈ ਵੀ ਉਸ ਦਾ ਸਹਾਰਾ ਨਹੀਂ ਸੀ। ਸਭ ਉਸ ਦੇ ਨਾਲ ਦੁੱਖ ਮਨਾਉਂਦੇ ਹੋਏ ਉਸ ਦੇ ਨਾਲ ਜਾ ਰਹੇ ਸੀ। ਸਾਡੇ ਮੋਰੇ ਵੀ ਇੱਕ ਅਜਿਹਾ ਦ੍ਰਿਸ਼ ਆ ਜਾਂਦਾ ਹੈ ਔਰ ਅਸੀਂ ਉਸ ਵੇਲੇ ਸੋਚਦੇ ਹਾਂ ਅਸੀਂ ਕੀ ਕਰੀਏ, ਅਸੀਂ ਕੀ ਕਰੀਏ। ਪਰ ਇੱਥੇ ਮੈਨੂੰ ਦੂਜੀ ਤਸਵੀਰ ਦੂਸਰੇ ਪਾਸੇ ਨਜ਼ਰ ਆਉਂਦੀ ਹੈ। ਬੇਸ਼ੱਕ ਇਸ ਤੋਂ ਪਹਿਲਾਂ ਕਈ ਵਾਰ ਮਰੇ ਬੰਦਿਆਂ ਨੂੰ ਦਫਨਾਉਣ ਲਈ ਇਸ ਫਾਟਕ ਰਾਹੀਂ ਲਿਜਾਇਆ ਗਿਆ ਪਰ ਹੁਣ ਸਮਾਂ ਅਲੱਗ ਸੀ। ਹੁਣ ਮੈਂ ਆਪਣੇ ਆਲੇ ਦੁਆਲੇ ਵੀ ਕਹਿੰਦਾ ਹਾਂ ਕਿ ਹੁਣ ਸਮਾਂ ਅਲੱਗ ਹੈ। ਕੀ ਅਲੱਗ ਹੈ ਇਸ ਵਿੱਚ ਅਸੀਂ ਅੱਗੇ ਦੇਖਦੇ ਹਾਂ। ਯਸੂ ਨਗਰ ਨੂੰ ਜਾ ਰਿਹਾ ਸੀ, ਜਿਸ ਫਾਟਕ ਤੋਂ ਉਹਨੂੰ ਬਾਹਰ ਲਈ ਆ ਰਹੇ ਸੀ ਉਹ ਜਾ ਰਿਹਾ ਸੀ ਅਤੇ ਉਹਨੇ ਇੱਕ ਵੱਡੀ ਭੀੜ ਵੇਖੀ। ਪਰ ਇਸ ਸਾਰੀ ਫੜਾ ਦਫੜੀ ਵਿੱਚ ਉਸ ਦੀਆਂ ਅੱਖਾਂ ਨੇ ਇੱਕ ਵਿਧਵਾ ਨੂੰ ਵੇਖਿਆ ਜੋ ਰੋ ਰਹੀ ਸੀ। ਕਿੰਨੀ ਦੁੱਖ ਭਰੀ ਘਟਨਾ ਇੱਥੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਆ ਰਹੀ ਹੈ। ਪ੍ਰਭੂ ਯਿਸੂ ਮਸੀਹ ਨੇ ਬਹੁਤ ਸਾਰੇ ਲੋਕ ਦੇਖੇ ਪਰ ਉਸ ਦਾ ਧਿਆਨ ਇੱਕ ਵਿਧਵਾ ਤੇ ਗਿਆ। ਇਹ ਖਾਸ ਗੱਲ ਹੈ। ਜੇ ਤੁਸੀਂ ਚੁਣੇ ਗਏ ਹੋ, ਪਰਮੇਸ਼ਵਰ ਦੀ ਨਿਗਾਹ ਤੁਹਾਡੇ ਉੱਤੇ ਗਈ ਹੈ ਤਾਂ ਤੁਸੀਂ ਖਾਸ ਹੋ, ਕਿਉਂਕਿ ਪਰਮੇਸ਼ਵਰ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਹੈ, ਕਿਉਂਕਿ ਪਰਮੇਸ਼ਵਰ ਨੇ ਤੁਹਾਡੇ ਉੱਤੇ ਦਇਆ ਕੀਤੀ ਹੈ। ਇੱਥੇ ਸਾਨੂੰ ਨਜ਼ਰ ਆਉਂਦੀ ਆ ਔਰ ਇੱਥੇ ਅਸੀਂ ਦੇਖ ਰਹੇ ਹਾਂ। ਦੇਖਿਆ ਤਾਂ ਪ੍ਰਭੂ ਨੇ ਉਸ ਵਿਧਵਾ ਨੂੰ ਜਿਸ ਨੂੰ ਰੋਂਦੀ ਹੋਈ ਵੇਖਿਆ, ਉਸ ਦਾ ਤਰਸ ਵਾਲਾ ਦਿਲ ਭਰ ਆਇਆ। ਪ੍ਰਭੂ ਯਿਸੂ ਮਸੀਹ ਤਰਸ ਕਰਨ ਵਾਲਾ ਪਰਮੇਸ਼ਰ ਹੈ, ਦਇਆ ਕਰਨ ਵਾਲਾ ਪਰਮੇਸ਼ਰ ਹੈ, ਪਿਆਰ ਕਰਨ ਵਾਲਾ ਪਰਮੇਸ਼ਰ ਹੈ। ਸਾਡੇ ਜੀਵਨ ਦੇ ਵਿੱਚ ਆਪਣੀ ਕਿਰਪਾ ਦੇ ਨਾਲ ਭਰਪੂਰ ਕਰਨ ਵਾਲਾ ਪਰਮੇਸ਼ਰ ਹੈ। ਤੇ ਜਦੋਂ ਉਸਨੇ ਤਰਸ ਕੀਤਾ, ਤਰਸ ਆਇਆ ਤਾਂ ਉਸਨੇ ਉਹਦੇ ਕੋਲ ਜਾ ਕੇ ਕਿਹਾ, ਨਾ ਰੋ। ਇਹ ਤਸੱਲੀ ਦੀ ਗੱਲ ਸੀ ਪਰ ਉਹਦੇ ਲਈ ਦੁੱਖ ਦੀ ਗੱਲ ਸੀ। ਤਦ ਉਸਨੇ ਸੀੜੀ ਨੂੰ ਛੂਹਿਆ ਤੇ ਜਿਹੜੇ ਉਸਨੂੰ ਲੈ ਕੇ ਜਾ ਰਹੇ ਸਨ ਉਹ ਖਲੋ ਗਏ। ਮੈਨੂੰ ਇੱਥੇ ਵਚਨ ਯਾਦ ਆਉਂਦਾ ਹੈ, ਜਦੋਂ ਅਸੀਂ ਜ਼ਬੂਰ 68 ਦਾ 5 ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ, ਮੈਂ ਵਿਧਵਾ ਅਤੇ ਯਤੀਮਾਂ ਦਾ ਪਰਮੇਸ਼ਰ ਹਾਂ, ਮੈਂ ਪਵਿੱਤਰ ਪਰਮੇਸ਼ਰ ਵਾਸ ਕਰਦਾ। ਕਿੰਨੀ ਅਦਭੁਤ ਗੱਲ ਹੈ ਕਿ ਪਰਮੇਸ਼ਰ ਆਰੰਭ ਤੋਂ ਹੀ ਵਿਧਵਾ ਅਤੇ ਯਤੀਮਾਂ ਦੀ ਫਿਕਰ ਕਰਨ ਵਾਲਾ ਪਰਮੇਸ਼ਰ ਸੀ। ਤੇ ਅੱਜ ਅਸੀਂ ਵੀ ਇਸ ਸੰਸਾਰ ਦੇ ਵਿੱਚ ਭੇਡਾਂ ਦੀ ਵਾਂਗ ਭੁੱਲੇ ਫਟਕੇ ਫਿਰ ਰਹੇ ਹਾਂ। ਸਾਨੂੰ ਕੋਈ ਦੇਖਣ ਵਾਲਾ ਨਹੀਂ, ਪਰ ਉਹ ਸਵਰਗੋਂ ਮੇਰੇ ਅਤੇ ਆਪ ਦੇ ਲਈ ਤਰਸ ਕਰਨ ਦੇ ਲਈ ਇਸ ਧਰਤੀ ਦੇ ਵਿੱਚ ਆਇਆ। ਕਿਉਂ?
क्योंकि असी भी सारे दुखी सां, असी भी रो रहे सां। कौन सानू पापां तो छुड़ावेगा, कौन सानू पापां तो बचावेगा। तद प्रभु यसु मसीह कहता है ना रो। प्रकाश की पोथी 5:4 दे विच भी वही कहता ना रो। वेख दाऊद दे गोत्र विच एक बब्बर शेर उठ खलोता है जिहड़ा इन्हां मोहरां नूं तोड़न दे लई जित गया है। उत्थे भी कहता है ना रो। प्रभु यसु मसीह जदों उसका प्यारा दोस्त मुक जाता है उत्थे कबर दे कोल जाके रोंदा है अते मरियम अते मार्था नूं कहता है ना रो। जदों यायर दी इकलौती बेटी मर गई तद उत्थे भी प्रभु यसु मसीह कहता है ना रो। मेरा प्रभु साडे जीवन दे विच, साडे दुखियां दे जीवन दे विच तरस करन वाला अते तसल्ली देण वाला परमेश्वर है। उसने ही क्या ना रो। कितनी वड्डी गल है। असी देखते हैं जदों उन्हें क्या ना रो अते उसनूं छुड़िया अते वो रुक गए। ये कोई संयोग की गल नहीं है कि उस खास वेले वो एक मुर्दे नूं नाइन नगर विच बाहर ले जा रहे सन। नहीं, ये परमेश्वर की योजना अते उहदा समा सी। जदों उन्हें मैनू चुनिया तां एक समा सी। मैं एक वड्डी खोज दे विच जा रहा सी तां समा सी कि उसने मैनू अपने राज की महिमा दे लई चुन लिया अते नियुक्त किया अते अपने वचन दे विचों अपने वचन की आवाज़ दे के मैनू सद्दिया। जिवें उसने जक्कई नूं कहा थल्ले उतरिया, अज मैं तेरे घर दे विच वास करना है। परमेश्वर का चूजन ये कोई संयोग नहीं है, ये समा है। परमेश्वर ने मुकर्रर किया है मेरे अते आप दे अते हर एक सर्वत सृष्टि दे मनुख दे लई, उन्हां दी मुक्ति दे लई उसने समा नियुक्त किया है। असी किसे नूं चुनण वाले नहीं, असी किसे नूं बचाउण वाले नहीं, साडे विच योग्यता नहीं, पर परमेश्वर ने मेरे अते आप दे विच साडे सबना दे विच समा नियुक्त किया है अपनी महिमा दे लई, अपने राज की तसल्ली देण दे लई सानू अपने कोल लैके आउंदा। यसू नूं ये सब पता सी क्योंकि बाणी दे विच लिखिया सृष्टि करता है सब गल्लां नूं पहलां तो ही जानता है। क्यों? क्योंकि जदों असी एफसीआं दी पुस्तक उसदा 4 आयत पढ़ते हैं एक दा, तां उहदे विच लिखिया है सृष्टि की रचना तो पहला ही उसने सानू चुन लिया। पर वो समा है जिहदे विच असी उहदे सामने आए हैं। यसू नूं पता सी ते ओ टुटे होए दिल वाले नूं चंगा करन वास्ते आया सी। टुटे होए दिल, बाइबल दे विच लिखिया है पाप ने सानू इस कदर तोड़ दिता सी कि साडे कोल कोई खौफ नहीं सी, पर ओ परमेश्वर दी वल्लों इस धरती दे उत्ते मेरे पापां दे निस्तारे दे लई एक जिउंदी आस बन के आया। उस विधवा दे जीवन दे विच भी एक आस बन के आया। कादे लई? कि उस दे जीवन दे विच जो दुख है उसनूं तसल्ली दे सके। ये तसल्ली इस संसार दे विच कोई नहीं दे सकता, किसे कोल भी ये तसल्ली नहीं है, मात्र एक दे कोल ही है। क्योंकि प्रभु यसू मसीह ने कहा मैनू पाप माफ करन दा भी इख्तियार है, मेरे कोल जिउण अते मौत दीयां कुंजियां भी है, जिहनूं चाहे वो दे सकता है, पर समा उहदे हत्थ दे विच है। और असी ये भी देखते हैं वो किरपा दे नाल आया, हुण व्यवस्था नूं बंधन लई नहीं आया सी। हुण वो साडे जीवन दे विच जदों आया तां व्यवस्था नूं थोपण लई नहीं, व्यवस्था तो सानू आजाद कराउण दे लई आया, जिस दे राहीं असी पापां दे विच जकड़े होए सी।
ਵਿਵਸਥਾ ਤਾਂ ਮੈਨੂੰ ਦੱਸ ਰਹੀ ਸੀ, ਸਿਖਾ ਰਹੀ ਸੀ, ਤੂੰ ਆ ਨਾ ਕਰ, ਪਰ ਹੋ ਨਹੀਂ ਰਿਹਾ ਸੀ। ਪਰ ਇਹ ਸਭ ਕੁਝ ਮੇਰੇ ਲਈ ਪ੍ਰਭੂ ਯਿਸੂ ਮਸੀਹ ਨੇ ਕਾਲਵਰੀ ਕਰੂਸ ਦੇ ਉੱਤੇ ਇੱਕ ਵਾਰ ਕਰ ਦਿੱਤਾ। ਮੇਰੇ ਪਾਪਾ ਨੇ ਮਾਰਿਆ ਗਿਆ, ਦਫਨ ਕੀਤਾ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ। ਉਹ ਮੇਰਾ ਪ੍ਰਭੂ ਹੈ। ਜਦੋਂ ਮੈਂ ਵਿਸ਼ਵਾਸ ਕਰ ਲੈਂਦਾ ਹਾਂ ਤਾਂ ਉਹ ਮੈਨੂੰ ਆਪਣਾ ਪੁੱਤਰ ਬਣਾ ਕੇ ਆਪਣੇ ਰਾਜ ਵਿੱਚ ਲੈ ਆਉਂਦਾ ਹੈ ਅਤੇ ਮੇਰਾ ਪਿਤਾ ਬਣ ਕੇ ਮੇਰੀ ਅਗਵਾਈ ਕਰਦਾ ਹੈ। ਤਸੱਲੀ ਵਾਲੀ ਗੱਲ ਹੈ, ਦੁੱਖ ਤੋਂ ਆਰਾਮ ਦੇਣ ਵਾਲੀ ਗੱਲ ਹੈ। ਕੋਈ ਵੀ ਮੇਰਾ ਆਪਣਾ ਨਹੀਂ ਸੀ ਇਸ ਦੁਨੀਆ ਦੇ ਵਿੱਚ, ਕੋਈ ਮੇਰਾ ਤਸੱਲੀ ਦੇਣ ਵਾਲਾ ਨਹੀਂ ਸੀ, ਮਾਤਰ ਪ੍ਰਭੂ ਯਿਸੂ ਮਸੀਹ ਤੋਂ। ਇਸ ਵਿਧਵਾ ਦੇ ਕੋਲ ਵੀ ਕੋਈ ਸਹਾਰਾ ਉਹਦਾ ਬਣਿਆ, ਉਹ ਪ੍ਰਭੂ ਯਿਸੂ ਮਸੀਹ। ਪ੍ਰਭੂ ਯਿਸੂ ਮਸੀਹ ਨੇ ਉਸਦੇ ਦੁੱਖ ਨੂੰ ਜਾਣ ਲਿਆ ਸੀ। ਪ੍ਰਭੂ ਯਿਸੂ ਮਸੀਹ ਨੇ ਉਹਦੀਆਂ ਅੰਦਰ ਦੀਆਂ ਪੀੜਾਂ ਨੂੰ ਸਮਝ ਲਿਆ ਸੀ ਅਤੇ ਇਸੇ ਕਰਕੇ ਉਹਨੇ ਕਿਹਾ ਨਾ ਰੋ। ਦੁਨੀਆ ਦੇ ਲੋਕ ਸਾਡੇ ਕੋਲ ਝੂਠੀ ਤਸੱਲੀ, ਸਾਨੂੰ ਝੂਠੀ ਸਾਡੇ ਜੀਵਨ ਦੇ ਵਿੱਚ ਦਿਲਾਸਾ ਦੇ ਸਕਦੇ ਆ, ਪਰ ਸੱਚਾ ਸਾਡੇ ਜੀਵਨ ਦੇ ਵਿੱਚ ਤਸੱਲੀਦਾਇਕ ਅਤੇ ਦਿਲਾਸਾ ਪ੍ਰਭੂ ਯਿਸੂ ਮਸੀਹ ਹੀ ਦੇ ਸਕਦਾ ਹੈ। ਇਸ ਲਈ ਜਦੋਂ ਮੈਂ ਇਸ ਵਚਨ ਦੇ ਵਿੱਚ ਇਸ ਗੱਲ ਨੂੰ ਦੇਖਦਾ ਹਾਂ, ਕਿਉਂਕਿ ਵਿਵਸਥਾ ਕੋਲ ਮਰੇ ਬੰਦੇ ਨੂੰ ਕਹਿਣ ਲਈ ਕੁਝ ਨਹੀਂ ਹੈ। ਜਿਹੜਾ ਮਰ ਗਿਆ ਉਹਨੂੰ ਕਹਿਣ ਨੂੰ ਕੀ ਹੈ? ਕੁਝ ਵੀ ਨਹੀਂ ਹੈ। ਪਰ ਜਿੰਨਾ ਚਿਰ ਮਨੁੱਖ ਜਿਉਂਦਾ ਹੈ ਉਹਨਾਂ ਚਿਰ ਉਹ ਸ਼ਰ੍ਹਾ ਉਸ ਦੇ ਵਸ ਵਿੱਚ ਅਤੇ ਸ਼ਰ੍ਹਾ ਨੇ ਉਸ ਨੂੰ ਆਪਣੇ ਵਸ ਵਿੱਚ ਲਿਆ ਹੋਇਆ ਹੈ। ਜਦੋਂ ਮਰ ਗਿਆ ਤਾਂ ਬਾਣੀ ਦੱਸਦੀ ਆ ਉਹ ਆਜ਼ਾਦ ਹੋ ਗਿਆ, ਪਰ ਜਦੋਂ ਮਰ ਗਿਆ ਤਾਂ ਉਹ ਆਜ਼ਾਦ ਹੋ ਗਿਆ। ਤੇ ਇਹ ਬੰਦਾ ਮਰਿਆ ਪਿਆ ਸੀ, ਪਰ ਯਿਸੂ ਵਿਵਸਥਾ ਤੋਂ ਉੱਪਰ ਉੱਠ ਕੇ ਕਿਰਪਾ ਨਾਲ ਕੰਮ ਕਰਦਾ ਹੋਇਆ ਇਹ ਵਚਨ ਬੋਲਦਾ ਹੈ। ਕੀ ਵਚਨ ਬੋਲਦਾ ਹੈ? ਉਹ ਅੱਜ ਮੇਰੇ ਲਈ ਵੀ, ਆਪ ਲਈ ਹੈ, ਸਰਬੱਤ ਸ੍ਰਿਸ਼ਟੀ ਦੇ ਲਈ ਹੈ। ਕੀ ਕਹਿੰਦਾ ਹੈ? ਹੇ ਜਵਾਨ, ਮੈਂ ਤੈਨੂੰ ਆਖਦਾ ਹਾਂ ਉੱਠ। ਜਵਾਨ ਬੰਦਾ ਉਸੇ ਵੇਲੇ ਉੱਠ ਖਲੋਤਾ ਹੈ। ਤੁਸੀਂ ਕਹਿ ਕੇ ਦੇਖੋ ਕਿਸੇ ਨੂੰ, ਜਾਂ ਕੋਈ ਅੱਜ ਦਾ ਆਪਣਾ ਜਿਹੜਾ ਵੱਡੇ ਤੋਂ ਵੱਡਾ ਹੈ ਉਹ ਕਹਿ ਕੇ ਦੇਖੇ ਕਿ ਉੜ ਜਾ। ਇਹ ਸਾਮਰਥ ਸਿਰਫ ਪਰਮੇਸ਼ਰ ਔਰ ਪਰਮੇਸ਼ਰ ਪੁੱਤਰ ਕੋਲ ਹੀ ਹੈ। ਸ਼ਰ੍ਹਾ ਇਹ ਕਹਿੰਦੀ ਹੈ ਪਰਮੇਸ਼ਰ ਹੀ ਜੈਵੰਤ ਕਰ ਸਕਦਾ ਹੈ, ਪ੍ਰਭੂ ਯਿਸੂ ਮਸੀਹ ਹੀ ਜੈਵੰਤ ਕਰ ਸਕਦਾ, ਕੋਈ ਹੋਰ ਨਹੀਂ ਕਰ ਸਕਦਾ। ਔਰ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਮੁਰਦਿਆਂ ਨੂੰ, ਜਿਹੜੇ ਪਾਪਾਂ ਵਿੱਚ ਮੁਰਦੇ ਸਾਂ, ਸਾਡੇ ਲਈ ਕਾਲਵਰੀ ਕਰੂਸ ਦੇ ਉੱਤੇ ਕੁਰਬਾਨੀ ਦੇ ਕੇ ਸਾਨੂੰ ਆਪਣੇ ਵਿੱਚ ਜੈਵੰਤ ਕਰ ਲਿਆ ਕਿ ਅਸੀਂ ਜਿਉਂਦੇ ਹੋ ਕੇ ਪਰਮੇਸ਼ਰ ਦੀ ਜੈਵੰਤ ਮਹਿਮਾ, ਵਡਿਆਈ ਅਤੇ ਆਦਰ ਅਤੇ ਸਨਮਾਨ ਕਰ ਸਕੀਏ। ਪਰਮੇਸ਼ਰ ਨੇ ਮੇਰੇ ਲਈ ਕੀਤਾ ਹੈ। ਉਸ ਵਿਧਵਾ ਨੂੰ ਜਵਾਨ ਦੇ ਦਿੱਤਾ ਹੈ, ਉਸ ਨੂੰ ਤਸੱਲੀ ਮਿਲ ਗਈ ਹੈ। ਕੀ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਜਦੋਂ ਪ੍ਰਭੂ ਯਿਸੂ ਮਸੀਹ ਇਹ ਗੱਲ ਕਹਿੰਦਾ ਹੈ? ਇਹੋ ਜਿਹੇ ਸਮੇਂ ਉੱਤੇ ਉਸ ਨੇ ਕੀ ਕਿਹਾ? ਤਦ ਯਿਸੂ ਨੇ ਉਹਨੂੰ ਉਹਦੀ ਮਾਂ ਦੇ ਹੱਥ ਵਿੱਚ ਸੌਂਪ ਦਿੱਤਾ। ਵਚਨ ਦੇ ਵਿੱਚ ਲਿਖਿਆ ਹੈ, ਦੁੱਖ ਭਰਿਆ ਮਾਹੌਲ ਆਨੰਦ ਵਿੱਚ ਬਦਲ ਗਿਆ ਹੈ। ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਅਸੀਂ ਲੂਕਾ 15 ਪੜ੍ਹਦੇ ਹਾਂ, ਜਦੋਂ ਇੱਕ ਪਾਪੀ ਮਨ ਫਿਰਾਉਂਦਾ ਹੈ ਤਾਂ ਸਵਰਗ ਦੇ ਵਿੱਚ ਸਵਰਗਦੂਤ ਖੁਸ਼ੀਆਂ ਮਨਾਉਂਦੇ ਆ। ਜਦੋਂ ਇੱਕ ਬਾਪ ਦਾ ਬੇਟਾ ਜੋ ਇਸ ਦੁਨੀਆ ਦੇ ਵਿੱਚ ਨਿਕਲ ਕੇ ਮਰ ਗਿਆ ਸੀ, ਜਦੋਂ ਵਾਪਸ ਆਇਆ, ਪਛਤਾਤਾਪ ਕਰਕੇ ਆਇਆ, ਤਾਂ ਕੀ ਕਿਹਾ ਉਸਦੇ ਪਿਓ ਨੇ? ਇਹ ਮਰ ਗਿਆ ਸੀ, ਹੁਣ ਫੇਰ ਜੀ ਪਿਆ ਹੈ। ਪਿਆਰੋ, ਪਰਮੇਸ਼ਰ ਦੀ ਤਸੱਲੀ ਜੋ ਸਵਰਗੋਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਦਿਲ ਦੇ ਵਿੱਚ ਉਤਰਦੀ ਹੈ, ਉਹ ਮੇਰੇ ਜੀਵਨ ਨੂੰ ਆਨੰਦਦਾਇਕ ਬਣਾ ਦਿੰਦੀ ਹੈ। ਉਹ ਮੇਰੇ ਜੀਵਨ ਦੇ ਵਿੱਚ ਆਨੰਦ ਦੇ ਮਾਹੌਲ ਨੂੰ ਬਣਾ ਦਿੰਦੀ ਹੈ। ਉਹ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਸਵਰਗੀ ਆਤਮਿਕ ਬਰਕਤਾਂ ਦੀ ਭਰਪੂਰੀ ਦੇ ਵਿੱਚ ਮੈਨੂੰ ਆਨੰਦ ਦੇ ਵਿੱਚ ਬਦਲ ਦਿੰਦੀ ਹੈ। ਔਰ ਮੈਂ ਵੀ ਦੇਖਦਾ ਹਾਂ ਕਿ ਪ੍ਰਭੂ ਦਾ ਕੰਮ ਪੂਰੀ ਤਰ੍ਹਾਂ ਨਾਲ ਮਨੁੱਖੀ ਸੀ, ਫਿਰ ਵੀ ਉਹ ਸਾਫ਼ ਉਹ ਰੱਬੀ ਸੀ। ਕਿਉਂ ਰੱਬੀ ਸੀ? ਕਿਉਂਕਿ ਉਹਦੇ ਅਲਫਾਜ਼ ਆਤਮਿਕ ਸਾਮਰਥ ਦੇ ਨਾਲ ਸੀ। ਜੋ ਕਹਿੰਦਾ ਸੀ ਉਹ ਹੋ ਜਾਂਦਾ ਸੀ।
ਔਰ ਇਹ ਵੀ ਦੇਖਦਾ ਇਹ ਜਾਣਨਾ ਸਾਡੇ ਜੀਵਨ ਦੇ ਵਿੱਚ ਕਿੰਨੀ ਤਸੱਲੀ ਦੀ ਗੱਲ ਹੈ ਕਿ ਉਹ ਅੱਜ ਵੀ ਸਾਡੇ ਲਈ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਉਹ ਉਸ ਵੇਲੇ ਸੀ। ਬਸ਼ਰਤ ਕਰਨਾ ਕੀ ਹੈ, ਅਸੀਂ ਆਪਣੇ ਦੁੱਖਾਂ ਨੂੰ ਪ੍ਰਭੂ ਯਿਸੂ ਮਸੀਹ ਕੋਲ ਲੈ ਕੇ ਆਣਾ ਹੈ। ਜਿਸ ਤਰ੍ਹਾਂ ਪਰਮੇਸ਼ਰ ਨੇ ਇਸ ਵਿਧਵਾ ਨੂੰ ਤਸੱਲੀ ਦਿੱਤੀ ਹੈ, ਇਹਦੇ ਦੁੱਖਾਂ ਦੇ ਵਿੱਚੋਂ ਛੁਟਕਾਰਾ ਦਿੱਤਾ ਹੈ, ਇਹਦੇ ਦੁੱਖ ਦੇ ਵਿੱਚ ਆਨੰਦ ਨੂੰ ਭਰ ਦਿੱਤਾ ਹੈ, ਇਸ ਜੀਵਨ ਦੇ ਵਿੱਚ ਖੁਸ਼ੀ ਭਰ ਦਿੱਤੀ ਹੈ, ਤਿਵੇਂ ਉਹ ਅੱਜ ਆਪ ਦੇ ਜੀਵਨ ਦੇ ਵਿੱਚ ਵੀ ਖੁਸ਼ੀ ਭਰ ਸਕਦਾ ਹੈ। ਜਿਵੇਂ ਮੈਨੂੰ ਅੱਜ ਤੋਂ 30 ਸਾਲ ਪਹਿਲਾਂ ਪਰਮੇਸ਼ਰ ਨੇ ਖੁਸ਼ੀ ਦੇ ਦਿੱਤੀ ਹੈ, ਉਹ ਆਪ ਨੂੰ ਵੀ ਦੇਣਾ ਚਾਹੁੰਦਾ ਹੈ। ਕੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪ੍ਰਭੂ ਯਿਸੂ ਮਸੀਹ ਕੋਲ ਆਓ। ਉਹ ਆਪ ਨੂੰ ਆਪਣਾ ਜੀਵਨ ਦੇ ਕੇ ਆਪ ਦੇ ਜੀਵਨ ਦੇ ਵਿੱਚ ਤਸੱਲੀ ਦੇਵੇਗਾ। ਕਰਨਾ ਆਪ ਨੇ ਹੈ, ਆਉਣਾ ਆਪ ਨੇ ਹੈ ਅਤੇ ਕਹਿਣਾ ਆਪ ਨੇ ਹੈ, ਪ੍ਰਭੂ ਤੂੰ, ਮੈਂ ਪਾਪੀ ਤੇਰੇ ਕੋਲ ਆਇਆ ਹਾਂ, ਤੂੰ ਬਖਸ਼ਣਹਾਰ ਹੈ, ਮੈਂ ਮੰਨਦਾ ਹਾਂ ਕਿ ਤੂੰ ਮੇਰੇ ਪਾਪੀ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ। ਹੁਣ ਤੂੰ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਪ੍ਰਭੂ ਮੇਰੇ ਜੀਵਨ ਦੇ ਵਿੱਚ ਆਪਣੀ ਤਸੱਲੀ ਮੇਰੇ ਜੀਵਨ ਦੇ ਵਿੱਚ, ਜਿਸ ਦੇ ਨਾਲ ਮੇਰੇ ਜੀਵਨ ਦੇ ਵਿੱਚ ਸ਼ਾਂਤੀ ਆਵੇ। ਪ੍ਰਭੂ ਆਪ ਸਭ ਨੂੰ ਦੁੱਖਾਂ ਦੇ ਵਿੱਚ ਤਸੱਲੀ ਪ੍ਰਾਪਤ ਕਰਨ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।